पंथ रुल गया, ग्रंथ रुल गया, पंथ जिहड़ा नौकर बन गया। पंज प्यारे जिहड़े सीस दे के एक सिलैक्शन सी, सीस भेट करके एक सिलैक्शन सी, ਉਹਨੂੰ ਇਲੈਕਸ਼ਨ ਨੇ ਬਰਬਾਦ ਕਰ ਦਿੱਤਾ। ਉਹ ਇੱਕ ਨਗੁਰੇ ਜੇ ਪਰਿਵਾਰ ਦੇ ਨੌਕਰ ਬਣੇ ਫਿਰਦੇ ਨੇ, ਉਹਨਾਂ ਦੀ ਜੁੱਤੀਆਂ ਚੁੱਕਦੇ ਫਿਰਦੇ ਨੇ। ਜਿੱਥੇ ਪ੍ਰਭੂ ਸੱਤਾ ਸੰਪੰਨ ਆਜ਼ਾਦੀ ਹੋਣੀ ਚਾਹੀਦੀ ਹੈ, ਸੁਤੰਤਰਤਾ ਹੋਣੀ ਚਾਹੀਦੀ, ਉਹ ਅੱਜ ਉਹ ਇੱਕ ਰਖੇਲ ਦਾ ਕੰਮ ਕਰ ਰਹੇ ਨੇ ਜਿਹੜੇ ਗ੍ਰੰਥੀ ਨੇ। ਉੱਥੇ ਦਿੱਲੀ ਦੇ ਸਕੂਲ ਜਿਹੜੇ ਨੇ ਉਹਨਾਂ ਦੇ ਟੀਚਰ ਧਰਨੇ ਦੇ ਰਹੇ ਨੇ, ਤੇ ਬਾਦਲ ਦੇ ਸਕੂਲ ਨੂੰ ਬਾਦਲ ਦੀ ਮਾਂ ਦੇ ਯਾਦ ਵਿੱਚ ਜਿਹੜਾ ਬਣਿਆ ਬਾਦਲ ਪਿੰਡ 'ਚ ਸਕੂਲ, ਉਹਨੂੰ 10-10 ਲੱਖ ਰੁਪਏ ਤੋਂ ਡੋਨੇਸ਼ਨ ਜਾ ਰਹੀ ਹਰ ਸਾਲ। ਪੈਸਿਆਂ ਦੀ ਤੇ ਸ਼ਰਾਬ ਵੰਡ ਕੇ ਤੇ ਪੈਸਾ ਦੇ ਕੇ ਤੇ ਮਾਸ ਖਵਾ ਕੇ ਲੋਕਾਂ ਨੂੰ ਗੁਰੂ ਘਰ ਦੀਆਂ ਵੋਟਾਂ ਲੈ ਕੇ ਤਾਕਤ ਲੈਣੀ, ਇਹ ਗੁਰੂ ਨੂੰ ਨਹੀਂ ਪਾਉਂਦੀ ਘੱਟੋ ਘੱਟ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਲਦੀ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਕਈ ਪਾਰਟੀਆਂ ਨੇ ਸ਼ਮੂਲੀਅਤ ਕੀਤੀ ਹੈ, ਜਿਨ੍ਹਾਂ ਦੇ ਵਿੱਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੀ ਸ਼ਾਮਲ ਨੇ। ਗੱਲਬਾਤ ਕਰਦੇ ਉਹਨਾਂ ਨੇ ਕੀ ਏਜੰਡੇ ਰਹਿਣਗੇ, ਕਿਸ ਤਰ੍ਹਾਂ ਉਹ ਇਹ ਚੋਣਾਂ ਕਰਨਗੇ। ਬਹੁਤ ਬਹੁਤ ਸਵਾਗਤ ਹੈ ਜੀ ਸਾਹਿਬ ਜੀ। ਫਤਿਹ ਜੀ। ਪਹਿਲੀ ਗੱਲ, ਏਜੰਡੇ ਕੀ ਰਹਿਣਗੇ, ਕਿਸ ਏਜੰਡੇ ਤੇ ਚੋਣ ਲੜੋ? ਏਜੰਡਾ ਸਾਡਾ ਇਹ ਰਹੂਗਾ ਕਿ ਜਿਹੜੇ ਸਾਡੇ ਸਿੱਖ ਕੌਮ ਦੇ ਗਰੀਬ ਬੱਚੇ ਨੇ, ਉਹਨਾਂ ਦੀ ਐਜੂਕੇਸ਼ਨ ਸਭ ਤੋਂ ਪਹਿਲੇ ਨੰਬਰ 'ਤੇ ਧਿਆਨ ਦਿੱਤਾ ਜਾਊਗਾ। ਕਿ ਗਰੀਬ ਬੱਚੇ ਜਿਹੜੇ ਸਾਡੇ ਰੁਲ ਗਏ ਨੇ, ਐਜੂਕੇਸ਼ਨ ਛੱਡ ਕੇ ਨੌਕਰੀਆਂ ਕਰ ਰਹੇ, ਲੱਭ ਰਹੇ ਨੇ, ਕੋਈ ਬਾਹਰ ਤੁਰਿਆ ਜਾ ਰਿਹਾ, ਤਾਂ ਸਾਡੀ ਕੋਸ਼ਿਸ਼ ਹੋਊਗੀ ਜਿਹੜੇ ਬੱਚੇ ਹੋਣਹਾਰ ਨੇ, ਮੈਰਿਟ 'ਤੇ ਆ ਰਹੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਪੜ੍ਹਾਇਆ ਜਾਵੇ। ਦੂਸਰਾ, ਜਿਹੜਾ ਬੇਸਹਾਰਾ ਬੀਬੀਆਂ ਨੇ, ਉਹਨਾਂ ਨੂੰ 300 ਰੁਪਈਆਂ ਦੀਆਂ ਸਲਿੱਪਾਂ ਦੇ ਕੇ, ਕੂਪਨ ਦੇ ਕੇ ਉਹਨਾਂ ਦੀ ਇਨਸਲਟ ਨਾ ਕੀਤੀ ਜਾਵੇ, ਬਲਕਿ ਉਹਨਾਂ ਨੂੰ ਜਦੋਂ ਤੱਕ ਉਹਨਾਂ ਦੇ ਬੱਚੇ ਜਵਾਨ ਨਹੀਂ ਹੁੰਦੇ, ਉਹਨਾਂ ਦਾ ਪੱਕਾ ਰਾਸ਼ਨ ਗੁਰੂ ਘਰ 'ਚੋਂ ਲਾਇਆ ਜਾਵੇ, ਅਤੇ ਉਹਨਾਂ ਨੂੰ ਤਸੱਲੀ ਹੋਵੇ ਕਿ ਅਸੀਂ ਜੀ ਸਕਦੇ ਹਾਂ। ਇੱਕ ਜਿਹੜੇ ਯਾਤਰੂ ਪੰਜਾਬ ਤੋਂ ਦਿੱਲੀ ਆਉਂਦੇ ਨੇ, ਦਿੱਲੀ ਤੋਂ ਪੰਜਾਬ ਜਾਂਦੇ ਨੇ, ਉਹਨਾਂ ਯਾਤਰੂਆਂ ਲਈ ਅਸੀਂ ਇੱਕ ਪਹਿਲ ਦੇ ਆਧਾਰ 'ਤੇ ਕਰਾਂਗੇ ਕਿ ਇੱਕ ਤਾਂ ਜਿਹੜੇ 1200 1400 ਰੁਪਇਆ ਰੇਟ ਰੱਖੇ ਨੇ ਕਮਰਿਆਂ ਦੇ, ਇਹ ਨਾ ਹੋਣ। ਇਹ ਇੱਕ ਸਾਰਤਾ ਹੋਵੇ, ਗਰੀਬ ਅਤੇ ਅਮੀਰ ਨੂੰ ਪਤਾ ਨਾ ਲੱਗੇ, ਮਹਿਸੂਸ ਨਾ ਕਰਨ ਕਿ ਮੇਰੇ ਲਈ ਖਾਸ ਆ ਅਤੇ ਗਰੀਬ ਕਵੇ ਕਿ ਮੇਰੇ ਲਈ ਕੁਛ ਨਹੀਂ। ਗੁਰੂ ਘਰ ਵਿੱਚ ਜਿਹੜਾ VIP ਕਲਚਰ ਚੱਲ ਰਿਹਾ, ਉਹਨੂੰ ਖਤਮ ਕਰੋ। VIP ਕਲਚਰ ਨੂੰ ਖਤਮ ਕਰਾਂਗੇ। ਇੱਕ ਜਿਹੜੀ ਕਰਪਸ਼ਨ ਆ, ਇਹਨੂੰ ਨੰਗਾ ਵੀ ਕਰਾਂਗੇ ਅਤੇ ਖਤਮ ਵੀ ਕਰਾਂਗੇ। ਅਤੇ ਅਸੀਂ ਮੈਂ ਤੇ ਪ੍ਰੋਮਿਸ ਕਰਦਾ ਸਿੱਖ ਸੰਗਤਾਂ ਅੱਗੇ ਕਿ ਮੈਂ ਤਾਂ ਚੌਕੀਦਾਰੀ ਕਰੂੰਗਾ। ਇਹ ਚੌਕੀਦਾਰੀ ਸਿਰਫ ਕਿ ਗੁਰੂ ਘਰ ਨੂੰ ਕੋਈ ਲੁੱਟੇ ਨਾ। ਇੱਕ ਸਾਡੇ ਸਭ ਤੋਂ ਜਿਹੜਾ ਨੁਕਸਾਨਦੇਹ ਸਾਡਾ ਸੌਦਾ ਹੋ ਰਿਹਾ, ਉਹ ਸਾਡੇ ਸਿਧਾਂਤ ਅਤੇ ਇੱਕ ਸਾਡੇ ਡਾਕੂਮੈਂਟ, ਜਿਹੜੀ ਸਾਡੀ ਜ਼ਿੰਦਗੀ ਦਾ, ਸਾਡੀ ਕੌਮ ਦੀ ਜ਼ਿੰਦਗੀ ਦਾ ਬੇਸ ਆ, ਉਹ ਜਿਨ੍ਹਾਂ ਨੂੰ ਵੀ ਦਿੱਤੇ ਆ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਉਹਦੀ ਪਾਰਟੀ ਨੇ, ਉਹਨਾਂ ਤੋਂ ਵਸੂਲੇ ਜਾਣ। ਉਹਦੇ ਵਿੱਚ 500 ਗ੍ਰੰਥ ਆ, 500 ਤੋਂ ਜ਼ਿਆਦਾ ਗ੍ਰੰਥ ਆ ਜਿਹੜਾ ਦਰਬਾਰ ਸਾਹਿਬ ਤੋਂ ਫੌਜ ਲੈ ਗਈ ਸੀ। ਫਿਰ 2 ਦਸਮ ਗ੍ਰੰਥ, 28 ਹੁਕਮਨਾਮੇ, 2 ਜਨਮ ਸਾਖੀਆਂ ਓਰੀਜਨਲ ਪੁਰਾਤਨ 63 ਸਰੂਪ, ਅਤੇ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੇ ਹੱਥ ਲਿਖ ਸਰੂਪ ਨੇ। ਅਤੇ ਇਹਨਾਂ ਨੂੰ ਹਾਸਲ ਕਰਨਾ ਸਾਡਾ ਮੁੱਖ ਮਕਸਦ ਹੋਊਗਾ, ਕਿਉਂਕਿ ਇਹੀ ਸਾਡੀ ਜ਼ਿੰਦਗੀ ਦਾ ਬੇਸ ਆ, ਇਹੀ ਦਰਗਾਹ ਦੀ ਬਾਣੀ ਦਾ ਅਸਲਾ ਆ, ਜਿਹੜਾ ਸਾਨੂੰ ਜਿਹਦੇ ਤੋਂ ਅਸੀਂ ਸੇਧ ਲੈ ਕੇ ਜਿਹੜੇ ਛਾਪੇ ਦੇ ਸਰੂਪ ਆ ਉਹਨਾਂ ਨੂੰ ਠੀਕ ਕਰ ਸਕਦੇ ਹਾਂ। ਲੇਕਿਨ ਇਹ ਲਗਾਤਾਰ ਹਾਈ ਕੋਰਟ ਵੱਲੋਂ 2004 ਤੋਂ ਪੁੱਛਿਆ ਜਾ ਰਿਹਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਕਿੱਥੇ ਨੇ, ਤਾਂ ਉਹ ਜਵਾਬ ਨਹੀਂ ਦੇ ਰਹੀ। ਅਸੀਂ ਡਿਮਾਂਡ ਕਰਦੇ ਆ ਰਹੇ ਹਾਂ ਸਾਲਾਂ ਤੋਂ ਕਿ ਇਹ ਤੁਸੀਂ FIR ਕਰਾਓ ਵੀ ਕਿੱਥੇ ਗਏ। ਤੁਹਾਨੂੰ ਰਿਸੀਵਡ ਕਰਾਇਆ, ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ, ਐਫੀਡੇਵਿਟ ਦੇ ਕੇ CBI ਨੇ, ਹੋਮ ਮਿਨਿਸਟਰੀ ਨੇ, ਡਿਫੈਂਸ ਮਿਨਿਸਟਰੀ ਨੇ, ਕਿ ਅਸੀਂ ਇਹਨਾਂ ਨੂੰ 1990 ਤੋਂ ਪਹਿਲਾਂ 3 ਕਿਸ਼ਤਾਂ ਵਿੱਚ ਮਾਰਫਤ ਅਦਾਲਤ ਦੇ ਚੁੱਕੇ ਹਾਂ। ਅਤੇ ਇਹ ਉਹਦਾ ਪ੍ਰੂਫ ਆ ਰਿਸੀਵਡ ਦਾ। ਉਹ ਜਿਨ੍ਹਾਂ ਦੇ ਸਾਈਨ ਨੇ ਉਹ ਜਿਉਂਦੇ ਨੇ, ਤਾਂ ਉਹਨਾਂ ਦੇ ਖਿਲਾਫ FIR ਕਿਉਂ ਨਹੀਂ ਹੋ ਰਹੀ? ਤਾਂ ਇਹ ਕਿੱਥੇ ਗਏ? ਕੋਈ ਚੋਰੀ ਹੋ ਸਕਦਾ, 1 ਜਾਂ 2-3 ਸਰੂਪ ਹੋ ਸਕਦੇ ਆ, ਲੇਕਿਨ ਸਾਰੇ ਦਾ ਸਾਰਾ ਖਜ਼ਾਨਾ ਉਹਨਾਂ ਦਾ ਹੀ ਐਂਟਰੀਆਂ ਨੇ, ਜਿਹੜੇ ਰਜਿਸਟਰ ਨੇ ਉਹਨਾਂ ਦੇ ਵਿੱਚ ਐਂਟਰੀਆਂ ਨੇ, ਲੇਕਿਨ ਅਲਮਾਰੀਆਂ ਖਾਲੀ ਨੇ। ਇਹ ਸਾਡੇ ਲਈ ਬੜੀ ਦੁਖਦਾਈ ਗੱਲ ਆ। ਇੱਕ ਜਿਹੜੀ ਲੁੱਟ ਆ, ਜਿਸ ਤਰ੍ਹਾਂ ਇੱਕ ਸ਼ਾਮਿਆਨਾ, ਉਹਦਾ 12 ਕਰੋੜ ਦਾ ਟੈਂਡਰ। ਇੱਕ ਅੱਜ ਸੋਲਰ ਸਿਸਟਮ ਲੱਗ ਰਿਹਾ ਜਿਹੜਾ 3 ਕਰੋੜ 80 ਲੱਖ ਦਾ ਚੰਗੀ ਤੋਂ ਚੰਗੀ ਕੁਆਲਿਟੀ ਦਾ ਲੱਗਦਾ, ਬਾਹਰ ਦੀ ਵਿਦੇਸ਼ੀ ਉਸ ਮਟੀਰੀਅਲ ਦਾ, ਲੇਕਿਨ ਉਹਦਾ 8 ਕਰੋੜ ਰੁਪਈਏ ਦਾ ਟੈਂਡਰ ਭਰਿਆ, ਜਿਹੜਾ ਉਹ ਸਵੀਕਾਰ ਕੀਤਾ ਜਾ ਰਿਹਾ। ਤਾਂ ਇਹ ਜਿਹੜੀ ਲੁੱਟ ਆ ਗੁਰੂ ਘਰ ਦੀ, ਇਹਨੂੰ ਅਸੀਂ ਬੰਦ ਕਰਨਾ ਹੈ।
ਕੀ ਵਜ੍ਹਾ ਜਦੋਂ ਚੋਣਾਂ ਹੁੰਦੀਆਂ ਨੇ ਤੁਸੀਂ ਵੀ ਇਹ ਗੱਲ ਕਹੀ ਕਿ ਮੈਂ ਚੌਂਕੀਦਾਰ ਹੋਵਾਂਗਾ, ਹਰ ਇੱਕ ਪਾਰਟੀ ਇਹ ਗੱਲ ਕਹਿੰਦੀ ਹੈ, ਪਰ ਬਾਅਦ ਚੋਂ ਵਾਦ ਵਿਵਾਦ 'ਚ ਫਸ ਜਾਂਦੇ ਨੇ, ਕਈ ਤਰ੍ਹਾਂ ਦੇ ਐਲੀਗੇਸ਼ਨ ਲੱਗਣ ਲੱਗ ਪੈਂਦੇ ਨੇ, ਕੀ ਵਜ੍ਹਾ ਹੈ? ਨਹੀਂ, ਮੈਂ ਤੇ ਲਗਾਤਾਰ ਚੌਕੀਦਾਰ ਹੀ ਕਰਦਾ ਆ ਰਿਹਾ। ਤੁਸੀਂ ਪੰਜਾਬ 'ਚ ਦੇਖ ਰਹੇ ਹੋ, ਮੈਂ ਲਗਾਤਾਰ ਪੰਜਾਬ ਦੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸਿਧਾਂਤ ਦਾ ਅਗਰ ਨੁਕਸਾਨ ਕੀਤਾ ਤਾਂ ਵੀ ਬੋਲਦਾ ਆ। ਪੰਥ ਦੇ ਗ੍ਰੰਥ ਸਾਡੀ ਸਰਪ੍ਰਸਤੀ ਦੇ ਕੌਮ ਦੀ ਸਰਪ੍ਰਸਤੀ ਪੰਥ ਦੇ ਗ੍ਰੰਥ ਆ। ਪੰਥ ਦੇ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਾਡੇ ਗੁਰੂ ਸਾਹਿਬ ਨੇ। ਤੋ ਪੰਥ ਰੁਲ ਗਿਆ, ਗ੍ਰੰਥ ਰੁਲ ਗਿਆ, ਪੰਥ ਜਿਹੜਾ ਨੌਕਰ ਬਣ ਗਿਆ। ਪੰਜ ਪਿਆਰੇ ਜਿਹੜੇ ਸੀਸ ਦੇ ਕੇ ਇੱਕ ਸਿਲੈਕਸ਼ਨ ਸੀ, ਸੀਸ ਭੇਟ ਕਰਕੇ ਇੱਕ ਸਿਲੈਕਸ਼ਨ ਸੀ, ਉਹਨੂੰ ਇਲੈਕਸ਼ਨ ਨੇ ਬਰਬਾਦ ਕਰ ਦਿੱਤਾ। ਉਹ ਇੱਕ ਨਗੁਰੇ ਜੇ ਪਰਿਵਾਰ ਦੇ ਨੌਕਰ ਬਣੇ ਫਿਰਦੇ ਨੇ, ਉਹਨਾਂ ਦੀ ਜੁੱਤੀਆਂ ਚੁੱਕਦੇ ਫਿਰਦੇ ਨੇ। ਅਤੇ ਸਾਡੇ ਜਿਹੜੀ ਗਿਰਾਵਟ ਲਿਆਂਦੀ ਆ ਸਿਆਸਤ ਨੇ, ਉਹ ਅਸੀਂ ਖ਼ਤਮ ਕਰਨੀ ਹੈ। ਮੈਂ ਲਗਾਤਾਰ ਇਹ 'ਤੇ ਕੰਮ ਕਰ ਰਿਹਾ। ਤੁਸੀਂ ਪੰਜਾਬ 'ਚ ਦੇਖ ਰਹੇ ਹੋ, ਇਹ ਤੋਂ ਕੋਈ ਮਨੁੱਕਰ ਨਹੀਂ ਹੋ ਸਕਦਾ। ਮੈਂ ਕਦੀ ਲੜਾਈ ਨਹੀਂ ਲੜੀ, ਕੋਈ ਇਲੈਕਸ਼ਨ ਨਹੀਂ ਲੜੀ, ਕਦੀ ਮੈਂ ਕੋਈ ਮਿਨਿਸਟਰੀਆਂ ਦੇ ਲਾਲਚ ਨਹੀਂ ਕੀਤੇ। ਮੈਂ ਲਗਾਤਾਰ 40 ਸਾਲ ਤੋਂ ਜਦੋਜਹਿਦ ਕਰਦਾ ਆ ਰਿਹਾ ਕਿ ਦਸਮ ਪਾਤਸ਼ਾਹ ਦਾ ਜਿਹੜਾ ਖਾਲਸਾ ਧਰਮ ਆ ਉਹਨੂੰ ਅਸੀਂ ਜਿਉਂਦਾ ਰੱਖੀਏ, ਕਿਉਂਕਿ ਜੇ ਧਰਮ ਜਿਉਂਦਾ ਹੋਊਗਾ ਤਾਂ ਸਾਡੀ ਜ਼ਿੰਦਗੀ ਨੂੰ ਸੇਧ ਮਿਲ ਸਕਦੀ ਆ, ਸਾਡੀ ਆਤਮਾ ਨੂੰ ਵਿਚੋਲਗੀ ਮਿਲ ਸਕਦੀ ਆ, ਆਸਰਾ ਮਿਲ ਸਕਦਾ ਹੈ। ਅਤੇ ਜੇ ਸਾਡਾ ਸਿਧਾਂਤ ਨਾ ਰਿਹਾ ਤਾਂ ਸਰਮਾਇਆ ਵੀ ਨਹੀਂ ਰਹਿਣਾ। ਅੱਜ ਸਾਡੀ ਇੱਕੋ ਇੱਕ ਸੰਸਥਾ ਅਕਾਲ ਤਖਤ ਸਾਹਿਬ, ਜਿਹਦੇ 'ਤੇ ਜਿੱਥੇ ਪ੍ਰਭੂ ਸੱਤਾ ਸੰਪੰਨ ਆਜ਼ਾਦੀ ਹੋਣੀ ਚਾਹੀਦੀ ਹੈ, ਸੁਤੰਤਰਤਾ ਹੋਣੀ ਚਾਹੀਦੀ, ਉਹ ਅੱਜ ਉਹ ਇੱਕ ਰਖੇਲ ਦਾ ਕੰਮ ਕਰ ਰਹੇ ਨੇ ਜਿਹੜੇ ਗ੍ਰੰਥੀ ਨੇ ਉੱਥੇ। ਉਹ ਸਾਡੀ ਜਿਹੜੀ ਲੀਡਰਸ਼ਿਪ ਆ, ਨਗੁਰੀ ਲੀਡਰਸ਼ਿਪ, ਉਹਨਾਂ ਦੀਆਂ ਬੁੱਤੀਆਂ ਸਾਰਦੇ ਪਏ ਨੇ। ਜੋ ਹੁਕਮ ਦਿੰਦੇ ਨੇ ਉਹੀ ਬੋਲਦੇ ਪਏ ਨੇ। ਰਾਮ ਰਹੀਮ ਨੂੰ ਕਲੀਨ ਚਿੱਟ ਦੇ ਦੇ ਰਹੇ ਨੇ। ਜੇ ਸੋਲੇ ਗਾਉਣੇ ਆ ਭਾਜਪਾ ਸਰਕਾਰ ਦੇ ਤਾਂ ਗਾਓ, ਜੇ ਹੁਣ ਨਿੰਦਣਾ ਟੁੱਟ ਗਈ ਤਾਂ ਹੁਣ ਨਿੰਦਾ ਕਰੋ। ਤੋ ਇਹ ਸਾਰਾ ਜਿਹੜਾ ਸਿਸਟਮ ਹੈ, ਜਿਹੜਾ ਮਿਸਯੂਜ ਹੈ ਅਕਾਲ ਤਖਤ ਦਾ, ਇਹ ਨਹੀਂ ਹੋਣਾ ਚਾਹੀਦਾ। SGPC ਤੇ ਜੇ ਦਿੱਲੀ ਗੁਰਦੁਆਰਾ ਕਮੇਟੀ ਦੀ ਗੱਲ ਕੀਤੀ ਹੈ ਤਾਂ ਦੋਵਾਂ 'ਚ ਅਲੱਗ-ਅਲੱਗ ਕੀ ਦੇਖਦੇ ਹੋ, ਕੀ ਵਖਰੇਵਾਂ ਦੇਖਦੇ ਹੋ? ਅਲੱਗ-ਅਲੱਗ ਜਿਹੜਾ ਉੱਥੇ ਸਿਧਾਂਤ ਆ, ਇੱਥੇ ਗੁਰੂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਗੁਰੂ ਦੀ ਗੋਲਕ ਆ, ਜਿਹਦਾ ਨਾਸ ਹੋ ਰਿਹਾ। ਸਾਡੇ ਕੋਲ ਜਿਹੜੀ ਹਰਕ੍ਰਿਸ਼ਨ ਪਬਲਿਕ ਸਕੂਲ ਸੁਸਾਇਟੀ ਸੀ, ਇਹਦੇ ਕੋਲ 1 ਅਰਬ 14 ਕਰੋੜ ਰੁਪਏ ਦੀਆਂ FDਆਂ ਸਨ 95 ਤੋਂ ਬਾਅਦ। ਲੇਕਿਨ ਅੱਜ ਬਿਲਡਿੰਗਾਂ ਗਿਰਵੀ ਪਈਆਂ ਹੋਈਆਂ। ਤੋ ਪੈਸਾ ਕਿੱਥੇ ਗਿਆ? ਤੋ ਇੰਨਾ ਵੱਡਾ ਗੋਲਕ ਦਾ ਸਰਮਾਇਆ ਜਿਹੜਾ, ਅਸੀਂ ਕਿਸੇ ਬੱਚੇ ਨੂੰ ਰਿਲੀਫ ਨਹੀਂ ਦਿੱਤੀ, ਉਹਦੀ ਫੀਸ ਮਾਫ ਨਹੀਂ ਕੀਤੀ, ਉਹਨੂੰ DSP ਨਹੀਂ ਬਣਾਇਆ, ਡਾਕਟਰ ਨਹੀਂ ਬਣਾਇਆ, ਇੰਜੀਨੀਅਰ ਨਹੀਂ ਬਣਾਇਆ। ਪੈਸਾ ਗਿਆ ਕਿੱਥੇ? ਰਾਜਨੀਤੀ 'ਚ। ਅੱਜ ਸਾਡੇ ਸਕੂਲ ਬੰਦ ਨੇ। ਦਿੱਲੀ ਦੇ ਸਕੂਲ ਜਿਹੜੇ ਨੇ ਉਹਨਾਂ ਦੇ ਟੀਚਰ ਧਰਨੇ ਦੇ ਰਹੇ ਨੇ, ਅਤੇ ਬਾਦਲ ਦੇ ਸਕੂਲ ਨੂੰ, ਬਾਦਲ ਦੀ ਮਾਂ ਦੇ ਯਾਦ ਵਿੱਚ ਜਿਹੜਾ ਬਣਿਆ ਬਾਦਲ ਪਿੰਡ 'ਚ ਸਕੂਲ, ਉਹਨੂੰ 10-10 ਲੱਖ ਰੁਪਏ ਇੱਥੋਂ ਡੋਨੇਸ਼ਨ ਜਾ ਰਹੀ ਹਰ ਸਾਲ। ਵਜ੍ਹਾ ਸਿਰਸਾ ਸਾਹਿਬ ਤਾਂ ਕਹਿੰਦੇ ਅਸੀਂ ਬਹੁਤ ਕੰਮ ਕੀਤੇ, ਹਸਪਤਾਲ ਬਣਾਏ, ਡਾਇਲਸਿਸ ਸੈਂਟਰ ਵੀ ਬਣਾਤੇ, ਉਹਨਾਂ ਦੀ ਬਹੁਤ ਵਾਹਵਾਹੀ ਖੱਟ ਰਹੇ ਨੇ। ਸੈਂਟਰ ਜਿਹੜਾ ਉਹ ਹਸਪੀਟਲ ਨਹੀਂ ਹੁੰਦਾ। ਜੇ ਹੈਗਾ ਤਾਂ ਬਾਦਲ ਸਾਹਿਬ ਅਤੇ ਉਹਦੇ ਮੁੰਡੇ ਦਾ ਇਲਾਜ ਇੱਥੇ ਕਰਨ ਲਿਆ ਕੇ, ਇਹ ਧੋਖਾ ਨਾ ਦੇਣ। ਹਸਪੀਟਲ ਦੀ ਬਿਲਡਿੰਗ ਬੜੀ ਆਲੀਸ਼ਾਨ ਬਾਬਾ ਹਰਬੰਸ ਸਿੰਘ ਨੇ 85 'ਚ ਬਣਾਈ ਹੈ, ਉਹਨੂੰ ਵਰਤਿਆ ਨਹੀਂ ਗਿਆ। ਉੱਤੇ ਰਾਜਨੀਤੀ ਹੋ ਰਹੀ ਹੈ। ਇੱਕ ਕੇਰਲਾ ਦੀ NGO ਆ, ਜਿਹੜੇ ਉਹਨਾਂ ਨੇ ਆ ਕੇ ਡਾਇਲਸਿਸ ਕਰਨਾ ਸ਼ੁਰੂ ਕੀਤਾ, ਪਰ ਇਹ ਸਾਨੂੰ ਸਰਸਾ ਇਹ ਨਹੀਂ ਦੱਸ ਰਿਹਾ ਇਹਦੇ ਨਾਲ ਡੀਲ ਕੀ ਕੀਤੀ ਆ। ਇੱਥੇ ਜੋ ਕੁਛ ਵੀ ਹੋਣਾ ਚਾਹੀਦਾ ਉਹ ਸ਼ੁੱਧ ਸਰੂਪ 'ਚ ਸਾਹਮਣੇ ਆਉਣਾ ਚਾਹੀਦਾ। ਇੱਕ ਤਾਂ ਇੱਥੇ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇੱਕ ਬੰਦਾ ਮਰ ਗਿਆ, ਬਲੱਡ ਪ੍ਰੈਸ਼ਰ ਹੋਣ ਦੇ ਬਾਵਜੂਦ ਉਹਦਾ ਡਾਇਲਸਿਸ ਲਈ ਬੈਠਾ ਸੀ, ਉਹ ਤਾਂ ਉਹ ਡੈਥ ਹੋ ਗਈ ਉਹਦੀ, ਬਦਨਾਮੀ ਗੁਰੂ ਘਰ ਦੀ। ਉਹ ਸੈਂਟਰ ਦੇ ਵਿੱਚ ਇੱਥੇ ਗੁਰੂ ਘਰ 'ਚ ਆ ਕੇ ਕੋਈ ਸੇਵਾ ਕਰਨਾ ਚਾਹੁੰਦਾ NGO ਜਾਂ ਕੋਈ ਸੈਂਟਰ ਬਣਾਉਣਾ ਚਾਹੁੰਦਾ, ਅਤੇ ਸੰਗਤ ਦੇ ਵਿੱਚ ਸਾਹਮਣੇ ਪਾਰਦਰਸ਼ਤਾ ਹੋਣੀ ਚਾਹੀਦੀ ਆ, ਅਤੇ ਪ੍ਰਬੰਧਕ ਕਮੇਟੀ ਨੂੰ ਦੱਸਣਾ ਚਾਹੀਦਾ ਉਹਨਾਂ ਨਾਲ ਡੀਲ ਕੀ ਹੋਈ ਹੈ। ਦੂਸਰਾ, ਇਹ ਪ੍ਰਾਪਤੀ ਨਹੀਂ ਗਈ ਹੈ ਸੈਂਟਰ ਜਿਹੜਾ, ਉਹਨੂੰ ਇਜਾਜ਼ਤ ਦੇ ਦੇਣੀ ਕਿ ਤੁਸੀਂ ਇੱਥੇ ਕਰ ਲਓ, ਇਹ ਕੋਈ ਪ੍ਰਾਪਤੀ ਨਹੀਂ। ਪ੍ਰਾਪਤੀ ਦੇਖੋ, ਸਾਡੇ ਪੰਜਾਬ ਦੇ ਵਿੱਚ ਆਪਣਾ ਕ੍ਰਿਸਚਨ ਭਾਈਚਾਰੇ ਦਾ ਸਕੂਲ ਵੀ ਆ, ਮੈਡੀਕਲ ਕਾਲਜ ਵੀ ਆ, ਸਕੂਲ ਵੀ ਨੇ, ਮੈਡੀਕਲ ਕਾਲਜ ਵੀ ਨੇ, CMC DMC ਆਰੀਆ ਸਮਾਜੀਆਂ ਦਾ, ਰਾਧਾ ਸੁਆਮੀਆਂ ਦਾ ਇੱਥੇ ਬਿਆਸ, ਉਹ ਹਸਪੀਟਲ ਨੇ, ਉੱਥੇ ਇਲਾਜ ਹੋ ਰਿਹਾ। ਸਾਡਾ ਕਿੱਥੇ ਹੋ ਰਿਹਾ ਦੱਸੋ ਸਾਨੂੰ। ਇਹ ਫੋਟੋਆਂ ਦਿਖਾ ਕੇ ਮੰਜਿਆਂ ਦੀਆਂ, ਬੈੱਡਾਂ ਦੀਆਂ, ਇਹ ਗੱਲਾਂ ਨਹੀਂ ਬਣਨੀਆਂ। ਮੈਨੂੰ ਲੱਗਦਾ ਹੈ ਕਿ NGO ਨੂੰ ਉੱਥੇ ਸਥਾਪਿਤ ਕਰਨ 'ਚ ਇੰਨੇ ਪੈਸੇ ਨਹੀਂ ਬਰਬਾਦ ਹੋਏ ਜਾਂ ਲੱਗੇ, ਜਿੰਨੇ ਪੈਸੇ ਇਹ ਦੱਸਣ ਲਈ ਬਰਬਾਦ ਹੋ ਰਹੇ ਨੇ, ਮੀਡੀਆ ਦੇ ਉੱਤੇ ਲੱਗ ਰਹੇ ਨੇ। 30-30 ਲੱਖ ਰੁਪਈਆ ਮਹੀਨੇ ਦਾ ਸਰਸਾ ਜੀ ਦੇ ਰਹੇ ਨੇ ਆਪਣੀ ਸ਼ਕਲ ਦਿਖਾਉਣ ਲਈ। ਇਹ ਬਾਦਲ ਦੀ ਸ਼ਕਲ ਹੁਣ ਕਿਉਂ ਲੁਕਾਉਂਦਾ ਪਿਆ ਇੱਥੇ?
ਆਪਣੀ ਸ਼ਕਲ ਦੇ ਨਾਲ ਬਾਦਲ ਦੀ ਸ਼ਕਲ ਵੀ ਲਿਆਵੇ। 2 ਸਾਲ ਨਹੀਂ 50 ਸਾਲ ਦੀ ਗੱਲ ਕਰੇ ਜਦੋਂ ਤੋਂ ਕਮੇਟੀ ਬਾਦਲਾਂ ਦੇ ਹੱਥ 'ਚ ਆਈ ਹੈ। ਸਿਰਸਾ ਸਾਹਿਬ ਤਾਂ ਕਹਿ ਰਹੇ ਨੇ ਕਿ 40 ਪਲੱਸ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਉਹਨਾਂ ਹਾਂਜੀ 40 ਪਲੱਸ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਉਹ ਤੇ ਉਹਦੇ ਵੱਸ ਦਾ ਰੋਗ ਨਹੀਂ ਤੇ ਉਹ ਤੇ ਦੇਵੇ ਕੁਛ ਨਾ, ਕਿਸੇ ਨੂੰ ਦਿੱਲੀ 'ਚ ਵੜਨ ਨਾ ਦੇਵੇ। ਉਹਦਾ ਤੁਸੀਂ ਕਿਰਦਾਰ ਉਹਦਾ ਕਰੈਕਟਰ ਦੇਖੋਗੇ ਤੇ ਉਹ ਵੱਡੀਆਂ ਵੱਡੀਆਂ ਕੋਠੀਆਂ ਤੇ ਕਬਜ਼ੇ ਕਰਨ ਵਾਲਾ ਬੰਦਾ ਇਹੋ ਹੀ ਸੋਚਦਾ, ਇਹੀ ਕਰ ਸਕਦਾ। ਪਰ ਮੈਨੂੰ ਅਫਸੋਸ ਆ ਕਿ ਉਹਦਾ ਤੁਸੀਂ ਕਿੱਤਾ ਦੇਖੋ, ਉਹਦਾ ਕਰਮ ਦੇਖੋ, ਉਹਦਾ ਕਿਰਦਾਰ ਦੇਖੋ ਤੇ ਇੱਕ ਅਧਿਅਕਸ਼ਤਾ ਪ੍ਰਬੰਧਕ ਕਮੇਟੀ ਦੀ ਉਹਦਾ ਅਹੁਦਾ ਦੇਖੋ ਤੇ ਚਾਨਣਾ ਹੁੰਦਾ ਹੈ ਕਿਤੇ ਵੀ ਸਾਡੀ ਕੌਮ 'ਚ ਕੀ ਹੋ ਰਿਹਾ। ਜਥੇਦਾਰ ਸਾਹਿਬ ਤੁਸੀਂ ਕਿਸ ਪਾਰਟੀ ਨਾਲ ਲੜ ਕੇ ਚੋਣਾਂ ਲੜ ਰਹੇ ਹੋ ਨਾਲ ਰਲੇ ਅਸੀਂ ਅਕਾਲੀ ਦਲ ਦਿੱਲੀ ਸਰਨਾ ਗਰੁੱਪ ਨਾਲ ਰਲ ਕੇ ਇਲੈਕਸ਼ਨ ਲੜ ਰਹੇ ਹਾਂ ਤੇ ਲੜਨ ਦਾ ਮਕਸਦ ਇੱਕੋ ਆ ਕਿ ਇਹ ਸਰਸਾ ਵਰਗੇ ਜਿਹੜੇ ਗੈਰ ਸਿਧਾਂਤਕ ਤੇ ਨਿਗੁਰੇ ਜਿਹੇ ਲੋਕ ਨੇ, ਸਵਾਰਥੀ ਲੋਕ ਨੇ, ਬਿਜ਼ਨਸਮੈਨ ਲੋਕ ਨੇ, ਡਕੈਤਾਂ ਦੀ ਤਰ੍ਹਾਂ ਇਹ ਪੇਸ਼ ਆਉਂਦੇ ਨੇ, ਉਹਨਾਂ ਨੂੰ ਬਾਹਰ ਕੱਢਣਾ। ਸਰਨਾ ਸਾਹਿਬ ਨਾਲ ਹੀ ਕਿਉਂ ਹੋਇਆ? ਜੀਕੇ ਸਾਹਿਬ ਵੀ ਸੀਗੇ, ਉਹ ਵੀ ਤਾਂ ਇਹੀ ਗੱਲ ਕਰ ਰਹੇ ਨੇ ਕਿ ਵੀ 2 ਸਾਲ ਪਹਿਲਾਂ ਇਹਨਾਂ ਦਾ ਨਾਲ ਸੀ। ਅਸੀਂ ਤਾਂ ਹੀ ਕਹਿੰਦੇ ਆ ਕਿ ਸਰਸਾ 2 ਸਾਲ ਦੀ ਗੱਲ ਕਿਉਂ ਕਰਦਾ ਹੈ? 2 ਸਾਲ ਤੋਂ ਪਹਿਲਾਂ ਦੀ ਗੱਲ ਕਰੇ ਤੇ ਦੱਸਿਓ ਮਨਜੀਤ ਕਿਹਦਾ ਸੀ। ਜਿਸ ਤਰ੍ਹਾਂ ਅੱਜ ਬਾਦਲ ਦੀ ਸਰਪ੍ਰਸਤੀ ਦੇ ਵਿੱਚ ਇਲੈਕਸ਼ਨ ਲੜ ਰਿਹਾ ਸਰਸਾ, ਉਸੇ ਤਰ੍ਹਾਂ ਮਨਜੀਤ ਸਿੰਘ ਨੇ ਲੜੇ। ਫਿਰ ਉਹਦੀ ਟਰਮ ਕਿੱਥੇ ਗਈ? ਤੋ ਇਹ ਦੁਨੀਆ ਨੂੰ ਬੇਵਕੂਫ ਨਾ ਬਣਾਵੇ। ਦੁਨੀਆ ਸਿੱਖ ਬਹੁਤ ਕੁਝ ਸਮਝ ਚੁੱਕੇ ਨੇ। ਇਹ ਹੁਣ ਇਹ ਪੈਸਿਆਂ ਦੀ ਤੇ ਸ਼ਰਾਬ ਵੰਡ ਕੇ ਤੇ ਪੈਸਾ ਦੇ ਕੇ ਤੇ ਮਾਸ ਖਵਾ ਕੇ ਲੋਕਾਂ ਨੂੰ ਗੁਰੂ ਘਰ ਦੀਆਂ ਵੋਟਾਂ ਲੈ ਕੇ ਤਾਕਤ ਲੈਣੀ, ਇਹ ਗੁਰੂ ਨੂੰ ਨਹੀਂ ਪਾਉਂਦੀ ਘੱਟੋ ਘੱਟ। ਸਾਹਿਬ ਅਲੱਗ-ਅਲੱਗ ਤੁਸੀਂ ਲੜ ਰਹੇ ਹੋ, ਚਾਹੇ ਜੀਕੇ ਨੇ, ਚਾਹੇ ਤੁਸੀਂ ਨੇ, ਚਾਹੇ ਸਰਨਾ ਸਾਹਿਬ, ਇਕੱਠੇ ਹੋ ਗਏ ਤੁਸੀਂ ਤੇ ਸਰਨਾ ਸਾਹਿਬ, ਪਰ ਤੁਹਾਨੂੰ ਨਹੀਂ ਲੱਗਦਾ ਇਹਦਾ ਫਾਇਦਾ ਸਿਰਸਾ ਸਾਹਿਬ ਹੁਣਾਂ ਨੂੰ ਹੀ ਹੋਏਗਾ ਕਿਉਂਕਿ ਵੋਟ ਵੰਡੀ ਜਾਏਗੀ? ਇੱਕ ਦੇਖੋ ਜਿਹੜੀ ਪਿਛਲੀ ਵੋਟ ਸੀ ਉਹ ਮਨਜੀਤ ਦੀ ਰਹਿਨਮਾਈ 'ਚ ਬਾਦਲ ਨੇ ਲਈ ਸੀ 44%। ਅੱਜ ਉਹ 2 ਜਗ੍ਹਾ ਹੋ ਗਈ, ਠੀਕ ਹੈ ਨਾ। ਪਿਛਲੀ ਦਫਾ ਮੇਰੀ ਵੋਟ ਲੱਗ ਸੀ, ਸਰਨਾ ਦੀ ਲੱਗ ਸੀ, ਉਹ ਇਕੱਠੀ ਹੋ ਗਈ। ਫਾਇਦਾ ਸਾਨੂੰ ਮਿਲੂਗਾ ਕਿ ਉਹਨਾਂ ਨੂੰ ਮਿਲੂਗਾ? ਇਹ ਉਹਨਾਂ ਨੂੰ ਦਿਸਦਾ, ਉਹਨਾਂ ਨੂੰ ਦਿਨੇ ਤਾਰੇ ਦਿਸ ਰਹੇ ਨੇ। ਤਾਂ ਥੋੜ੍ਹੇ 20 ਦਿਨ ਹੋਰ ਇੰਤਜ਼ਾਰ ਕਰੋ, ਤੁਹਾਨੂੰ ਰਿਜ਼ਲਟ ਸਾਹਮਣੇ ਦਿਖਾਵਾਂਗੇ। ਕਿੰਨੀਆਂ ਕੁ ਸੀਟਾਂ 'ਤੇ ਲੱਗਦਾ ਵੀ ਫਰਕ ਪੈ ਜਾਊ? ਸੀਟਾਂ ਜਿਹੜੀਆਂ ਨਾ ਟ੍ਰਾਇੰਗਲ ਫਾਈਟ ਦੇ ਵਿੱਚ ਥੋੜ੍ਹਾ ਬਹੁਤ ਇੱਧਰ ਉੱਧਰ ਹੋ ਸਕਦਾ ਹੈ, ਲੇਕਿਨ ਅਸੀਂ ਤੁਹਾਨੂੰ ਇਹ ਕਹਿ ਸਕਦੇ ਹਾਂ ਕਿ ਕਮੇਟੀ ਸਾਡੀ ਹੈ। ਸੋ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਜਾਂ ਬੀਜੇਪੀ ਦਾ ਕਿੰਨਾ ਕੁ ਅਸਰ ਦਿਖਦਾ ਇੱਥੇ? ਇਹ ਦੇਖੋ ਜੀ, ਮੈਂ ਤੇ ਸਰਕਾਰਾਂ ਦੇ ਪਿੱਛੇ ਨਾ ਕਦੀ ਤੁਰਿਆ ਨਾ ਮੈਂ ਹਰ ਵਾਰੀ ਨੰਗੇ ਧੜ ਲੜਿਆ ਤੇ ਇਹੀ ਵਜ੍ਹਾ ਹੈ ਕਿ ਦੇਖੋ ਜਿਹੜੀਆਂ 35 ਸੀਟਾਂ ਜਿੱਤੀਆਂ ਬਾਦਲ ਨੇ ਤਾਂ ਸਾਡੀਆਂ ਨਹੀਂ ਜਿੱਤ ਪਾਇਆ ਜਿਹੜੀਆਂ ਸੀਗੀਆਂ ਜਿੱਥੇ ਅਸੀਂ ਲੜੇ। ਤੇ ਸਾਡੀ ਜਿਹੜੀ ਲੜਾਈ ਉਹ ਗੁਰਸਿੱਖਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਪ੍ਰੇਰ ਕੇ ਆਪਣੀ ਸਪੋਰਟ ਹਾਸਲ ਕਰਨਾ, ਨਾ ਕਿ ਸਰਕਾਰਾਂ ਦੇ ਬਲਬੂਤੇ ਤੇ ਆਪਣੀ ਪੋਜੀਸ਼ਨ ਬਣਾਉਣਾ। ਇੱਕ ਮੁੱਦਾ ਬਹੁਤ ਅਹਿਮ ਆ ਵਿਚਾਰ ਲੈਣਾ 'ਚ, ਕਿਸਾਨੀ ਮੁੱਦਾ। ਦਿੱਲੀ ਦੇ ਬਾਰਡਰਾਂ 'ਤੇ ਬੈਠੇ ਨੇ ਪੰਜਾਬ ਦੇ ਕਿਸਾਨ, ਸਿੱਖ ਨੇ ਜ਼ਿਆਦਾਤਰ। ਜੇ ਦਿੱਲੀ ਦੇ ਸਿੱਖ ਵੀ ਕਹੇ ਜਾਵੇ ਤਾਂ ਉਹ ਵੀ ਉਹਨਾਂ ਦੇ ਨਾਲ ਨੇ, ਦਿੱਲੀ ਦੇ ਆਮ ਲੋਕ ਵੀ ਨਾਲ ਨੇ। ਕਿੰਨਾ ਕੁ ਅਸਰ ਪਾਊਗਾ ਲੱਗਦਾ ਵੀ ਕਿਸਾਨੀ ਅੰਦੋਲਨ ਇਸ ਵਕਤ ਜੋ ਦਿੱਲੀ ਦੀਆਂ ਵੋਟਾਂ ਹੋਣ? ਮੈਂ ਸਮਝਿਆ ਨਹੀਂ। ਕਿਸਾਨੀ ਅੰਦੋਲਨ ਜੇ ਛੋਟੇ ਸ਼ਬਦਾਂ ਦੀ ਗੱਲ ਕਰਦਾ, ਕਿਸਾਨੀ ਅੰਦੋਲਨ ਕਿੰਨਾ ਕੁ ਅਸਰ ਪਾਊਗਾ ਦਿੱਲੀ ਦੇ ਜੋ ਚੋਣਾਂ ਹੋ ਰਹੀਆਂ? ਦੇਖੋ ਦਿੱਲੀ ਦੀਆਂ ਚੋਣਾਂ ਦੇ ਵਿੱਚ ਕਿਸਾਨੀ ਮੁੱਦਾ ਜਿਹੜਾ ਨਾ ਇਹਦਾ 'ਚ ਅਸਰ ਨਹੀਂ ਪੈਂਦਾ, ਨਾ ਪੈਣਾ ਚਾਹੀਦਾ, ਕਿਉਂਕਿ ਉਹ ਮੁੱਦਾ ਜਿਹੜਾ ਸਰਕਾਰ ਨਾਲ ਸੰਬੰਧਿਤ ਆ, ਸੈਂਟਰ ਸਰਕਾਰ ਨਾਲ ਸੰਬੰਧਿਤ ਆ। ਤੇ ਉਹ ਜਿਹੜੇ ਕਿਸਾਨ ਨੇ ਉਹ ਅੰਦੋਲਨ ਕਰ ਰਹੇ, ਸੜਕਾਂ 'ਤੇ ਬੈਠੇ, ਗਰਮੀ ਸਰਦੀ ਦੀ ਮਾਰ ਝੱਲ ਕੇ 300 ਦੇ ਕਰੀਬ ਉੱਥੇ ਗੁਰੂ ਨੂੰ ਪਿਆਰਾ ਹੋ ਗਿਆ। ਤੋ ਇਹ ਜਿਹੜਾ ਅਸਰ ਪਾਉਣਾ ਚਾਹੁੰਦਾ ਹੈ ਜਾਂ ਲਾਹਾ ਲੈਣਾ ਚਾਹੁੰਦਾ ਸਰਸਾ, ਇਹਨੂੰ ਗਿਆਨ ਨਹੀਂ ਹੈਗਾ। ਇਹਨੂੰ ਇਹ ਗਿਆਨ ਨਹੀਂ ਹੈਗਾ ਕਿ ਮੈਂ ਜੇ 2 ਜਾਂ 4 ਜਾਂ 10 ਗੁਰਸਿੱਖ ਵੀਰਾਂ ਨੂੰ ਜੇਲ੍ਹ 'ਚੋਂ ਲਾਇਆ ਤੇ ਉਹਨੂੰ ਸਰੋਪਾ ਪਾ ਕੇ ਤੇ ਤੈਨੂੰ ਅਸੀਂ ਏਡੀ ਵੱਡੀ ਸੇਵਾ ਤੇਰੀ ਨਹੀਂ ਇਹ ਗਿਣ ਸਕਦੇ ਕਿ ਤੈਨੂੰ ਖਜ਼ਾਨੇ ਦੀ ਚਾਬੀਆਂ ਦੇ ਦਈਏ। ਵੀ ਜੇ ਅੰਦੋਲਨ ਨਾ ਹੁੰਦਾ ਫਿਰ ਤੇਰੀ ਸੇਵਾ ਕੀ ਸੀ? ਜੇ ਅੰਦੋਲਨ ਨਾ ਹੁੰਦਾ, ਰੋਜ਼ ਤੇ ਲੱਗਦਾ ਨਹੀਂ, ਹੁਣ ਵੀ ਖਤਮ ਹੋਣਾ ਹੈ। ਇੱਕ ਸਮਾਂ ਆਉਣਾ ਹੈ ਜਦੋਂ ਇਹ ਜਿਹੜੀ ਮਿਹਨਤ ਕੀਤੀ ਆ ਕਿਸਾਨ ਨੇ, ਜਿਹੜੀ ਜਦੋਜਹਿਦ ਕੀਤੀ, ਇਹਦਾ ਰਿਜ਼ਲਟ ਨਿਕਲਣਾ ਹੈ। ਉਦੋਂ ਬਾਅਦ ਕਮੇਟੀ ਖਤਮ, ਇਹਦੀ ਪ੍ਰਧਾਨਗੀ ਦੀਆਂ ਜ਼ਿੰਮੇਵਾਰੀਆਂ ਖਤਮ, ਇਹਦੀ ਸੇਵਾ ਖਤਮ। ਇੱਕ ਤੁਸੀਂ ਲੰਗਰ 4 ਦਿਨ ਲਾਇਆ ਤੇ ਉਹ ਜਿੰਨਾ ਪੈਸਾ ਲੰਗਰ 'ਤੇ ਨਹੀਂ ਲੱਗਾ ਉਹਨਾਂ ਤੁਸੀਂ TV 'ਤੇ ਦਿਖਾਉਣ ਲਈ ਆਪਣੇ ਆਪ ਨੂੰ ਲਾਇਆ। ਉੱਥੇ 22 ਲੰਗਰ ਚੱਲਦੇ ਪਏ ਨੇ ਬਾਬਿਆਂ ਦੇ, ਕਾਰਸੇ ਵਾਲੇ ਬਾਬਿਆਂ ਦੇ। ਕੀ ਉਹਨਾਂ ਕਦੀ TV 'ਤੇ ਦਿਖਾਇਆ ਕੁਛ? ਕਿਤੋਂ ਭੀਖ ਮੰਗੀ ਜਿਸ ਤਰ੍ਹਾਂ ਇਹ ਗੁਰਦੁਆਰੇ ਦੇ ਗ੍ਰੰਥੀ ਨੂੰ ਵਰਤਦਾ ਪਿਆ। ਬੰਗਲਾ ਸਾਹਿਬ ਤੋਂ ਲੋਕ ਹੁਕਮਨਾਮਾ ਸੁਣਨ ਨੂੰ ਬੈਠੇ ਹੁੰਦੇ ਆ ਤੇ ਉੱਥੋਂ ਭੀਖ ਮੰਗਣਾ ਸ਼ੁਰੂ ਕਰ ਦਿੰਦਾ ਗ੍ਰੰਥੀ। ਇਹ ਕਦੀ ਹੋਇਆ? ਕਦੀ ਇਸ ਤਰ੍ਹਾਂ ਗੁਰੂ ਘਰ 'ਚੋਂ ਇਸ ਤਰ੍ਹਾਂ ਮੰਗਿਆ ਕਦੀ ਕਿਸੇ ਨੇ? ਇਹ ਮੰਗ ਰਿਹਾ ਸਰਸਾ।
ਔਰ ਸੰਗਤ ਲਿਆ ਕੇ ਦੇ ਰਹੀ ਬੋਰੀਆਂ ਦੀਆਂ ਬੋਰੀਆਂ ਆਟਾ, ਚਾਵਲਾਂ ਦੀਆਂ ਬੋਰੀਆਂ, ਚੀਨੀ ਦੀਆਂ ਬੋਰੀਆਂ, ਇਹ ਟਰੱਕ 'ਚ ਪਾਉਂਦੇ ਨੇ, ਬਿੱਲ ਬਣ ਰਿਹਾ, ਇਹ ਜਾ ਰਿਹਾ ਲੰਗਰ ਹਾਲ ਰਕਾਬਗੰਜ ਗੁਰਦੁਆਰੇ, ਪਰ ਚਲੇ ਜਾਂਦਾ ਵਿਕਾਸਪੁਰੀ ਦੇ ਇੱਕ ਸਟੋਰ ਦੇ ਵਿੱਚ ਵਿਕਣ ਲਈ। ਅਜੇ 5-6 ਦਿਨ ਪਹਿਲਾਂ ਫੜਿਆ। ਤੁਸੀਂ ਚੱਕਿਆ ਮੁੱਦਾ ਹੈ? ਦੇਖੋ ਇਹ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ, ਟੀਵੀ ਦੇ ਸਾਹਮਣੇ ਆ, ਪ੍ਰੈਸ ਦੇ ਸਾਹਮਣੇ ਆ, ਪਰ ਕੀ ਕਿਹਾ ਜਾ ਸਕਦਾ ਹੁਣ, ਕੀ ਕਹਿ ਸਕਦੇ। ਜੱਦਰ ਸਾਹਿਬ, ਜੇ ਕਿਸਾਨੀ ਅੰਦੋਲਨ ਦੀ ਗੱਲ ਕੀਤੀ, ਗੱਲ ਚੱਲ ਪਈ ਸੀ, ਤੇ ਕਿਸਾਨੀ ਅੰਦੋਲਨ ਦੀ ਜੇ ਗੱਲ, ਤੁਸੀਂ ਬਹੁਤ ਘੱਟ ਦਿਖੇ ਹੋ ਉੱਥੇ ਬਾਰਡਰਾਂ ਤੇ, ਕੋਈ ਵਜ੍ਹਾ ਖਾਸ? ਨਹੀਂ, ਇਹ ਤੇ ਮੈਂ ਗਿਆ ਸਿੰਧੂ ਬਾਰਡਰ ਗਿਆ, ਤੇ ਮੈਂ ਪਿੰਡਾਂ ਦੇ ਵਿੱਚ ਜਦੋਂ ਮੈਂ ਪ੍ਰਚਾਰ ਦੀ ਜਾਂਦਾ, ਤੇ ਮੈਂ ਸਭ ਤੋਂ ਪਹਿਲਾਂ ਇਹ ਕਹਿੰਦਾ ਕਿ ਕਿਸਾਨ ਅੰਦੋਲਨ ਨੂੰ ਹੈਲਪ ਕਰੋ ਠੀਕ ਤਰੀਕੇ ਨਾਲ, ਤੇ ਖਾਸ ਕਰਕੇ ਮੈਂ ਕਹਿੰਦਾ ਆ ਰਿਹਾ ਕਿ ਕਿਸਾਨ ਲੀਡਰਾਂ ਨੇ ਜਿਹੜਾ ਏਜੰਡਾ ਤੈਅ ਕੀਤਾ ਉਸ ਏਜੰਡੇ ਤੇ ਚੱਲੋ, ਉਹ ਡਬਲ ਟਰੈਕ ਨਾ ਬਣਾਓ, ਸਾਡਾ ਨੁਕਸਾਨ ਹੋਊਗਾ। ਮੈਂ ਸਿੰਧੂ ਬਾਰਡਰ ਤੇ ਬੋਲ ਕੇ ਆਇਆ, ਲੇਕਿਨ ਕਿਸਾਨਾਂ ਦਾ ਇੱਕ ਉਹ ਕੰਟੀਰੀਆ ਜਾਂ ਉਹਨਾਂ ਦੀ ਮਰਿਆਦਾ ਹੈ ਕਿ ਉਹ ਕਿਸੇ ਵੀ ਦੂਸਰੇ ਲੀਡਰ ਨੂੰ ਸਟੇਜ ਤੋਂ ਨਹੀਂ ਬੁਲਾਉਂਦੇ, ਤੇ ਅਸੀਂ ਆਪ ਹੀ ਨਹੀਂ ਬੋਲਦੇ, ਅਸੀਂ ਤਾਂ ਸਪੋਰਟ ਕਰ ਰਹੇ ਹਾਂ। ਅਸੀਂ ਲੀਡਰ ਤੇ ਹੈ ਨਹੀਂ, ਅਸੀਂ ਸਪੋਰਟਰ ਹਾਂ ਤੇ ਸਪੋਰਟ ਕਰਦੇ ਆ ਰਹੇ ਹਾਂ। ਕਿਸਾਨ ਅੰਦੋਲਨ ਸਪੋਰਟ ਕਰਦੇ। ਗੱਲ ਪੰਜਾਬ ਦੀ ਥੋੜੀ ਕਰ ਲੈਣੇ ਲਾਸਟ ਤੇ ਜਾਂਦੇ ਜਾਂਦੇ, ਐਸਜੀਪੀਸੀ ਦੇ ਇਲੈਕਸ਼ਨ ਕਰਾਉਣ ਬਾਰੇ ਤੁਸੀਂ ਬਹੁਤ ਦੇਰ ਤੋਂ ਮੁੱਦਾ ਚੱਕ ਰਹੇ ਹੋ, ਇਸ ਬਾਬਤ ਕਈ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ, ਲੋਕਾਂ ਦਾ ਵੀ ਰਾਬਤਾ ਕਾਇਮ ਕੀਤਾ, ਸੋ ਹੁਣ ਕੀ ਹੈ? ਇਸ ਤੋਂ ਬਾਅਦ ਜਾਓਗੇ ਉੱਥੇ ਫਿਰ ਐਸਜੀਪੀਸੀ ਦੇ ਇਲੈਕਸ਼ਨ ਕਰਾਉਣ? ਬਿਲਕੁਲ, ਐਸਜੀਪੀਸੀ ਜਿਹੜੀ ਮੈਨੂੰ ਲੱਗਦਾ ਹੈ ਕਿ ਸੈਂਟਰ ਤੇ ਪੰਜਾਬ ਸਰਕਾਰ ਦੋਵੇਂ ਢਿੱਲ ਵਰਤ ਰਹੀਆਂ ਨੇ। ਜਿੰਨਾ ਚਿਰ ਹੋ ਗਿਆ ਇਲੈਕਸ਼ਨ ਕਮਿਸ਼ਨ ਨੂੰ ਸਥਾਪਿਤ ਹੋਏ, ਇਹ ਇੰਨਾ ਚਿਰ ਨੂੰ ਵੋਟਾਂ ਬਣ ਜਾਣੀਆਂ ਚਾਹੀਦੀਆਂ ਸੀ। ਇਹ ਪੰਜਾਬ ਸਰਕਾਰ ਦੀ ਤੇ ਸੈਂਟਰ ਸਰਕਾਰ ਦੀ ਢਿੱਲ ਆ, ਇਹ ਨਹੀਂ ਹੋਣੀ ਚਾਹੀਦੀ। ਇਹ ਸਾਡੀ ਧਾਰਮਿਕ ਆਜ਼ਾਦੀ ਤੇ ਸਿੱਧਾ ਹਮਲਾ ਹੈ। ਮੈਂ ਸਮਝਦਾ ਕਿ ਸਾਡੀ ਵੋਟ ਪਾਉਣ ਦਾ ਅਧਿਕਾਰ ਜਿਹੜਾ ਅੰਗਰੇਜ਼ ਸਰਕਾਰ ਦੇ ਵਿੱਚ ਸਿੱਖ ਨੂੰ ਮਿਲਿਆ ਸੀ, ਉਹਦੇ ਤੇ ਇੱਕ ਛਾਪਾ ਹੈ, ਇੱਕ ਡਕੈਤੀ ਆ, ਇੱਕ ਆਪਣਾ ਪਿਆਦਾ, ਆਪਣੀ ਨਰਦ ਜਿਹੜੀ ਆ ਉਹਨੂੰ ਪਾਸੇ ਸੁੱਟ ਕੇ ਤੇ ਗੇਮ ਬਣਾਉਣ ਲਈ ਜਿਹੜੀ ਸਰਕਾਰਾਂ ਬਣਾਉਂਦੀਆਂ ਨੇ, ਉਹ ਹੁਣ ਭੁੱਲ ਜਾਣ। ਹੁਣ ਸਿੱਖਾਂ ਨੂੰ, ਸਿੱਖ ਬੱਚਿਆਂ ਨੂੰ ਆਪਣੇ ਆਪ ਸੇਵਾ ਕਰਨ ਦਾ ਸੁਭਾਗ ਜਿਹੜਾ ਉਹ ਮਿਲਣਾ ਚਾਹੀਦਾ ਹੈ, ਤੇ ਉਹ ਮਿਲਣਾ ਹੈ ਇਲੈਕਸ਼ਨ ਦੀ ਰਾਹੀਂ, ਕਿਉਂਕਿ ਪ੍ਰੋਸੀਜਰ ਇਹੀ ਰਹਿ ਗਿਆ ਸਾਡੇ ਕੋਲ। ਤੋ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੈਂ ਇਹ ਅਪੀਲ ਕਰੂੰਗਾ ਕਿ ਉਹਦੇ ਵਿੱਚ ਦਖਲਅੰਦਾਜ਼ੀ ਨਾ ਕਰਨ। ਇੱਕ ਮੇਰੀ ਅਪੀਲ ਹੈ ਸੈਂਟਰ ਸਰਕਾਰ ਨੂੰ ਕਿ ਜਿਹੜਾ ਬੁੱਤ ਲਾਉਣ ਲਈ ਇੱਕ ਬਾਬ ਵਾਲਾ ਉੱਠਿਆ ਹੋਇਆ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਇਹ ਬੁੱਤ ਸਾਡੀ ਕੌਮ ਜਿਹੜੀ ਆ ਬੁੱਤ ਪ੍ਰਸਤ ਨਹੀਂ, ਸਾਡਾ ਸਿਧਾਂਤ ਆ। ਤੋ ਅਸੀਂ ਕਿਸੇ ਵੀ ਤਰੀਕੇ ਇਹਨੂੰ ਪ੍ਰਵਾਨਗੀ ਨਹੀਂ ਦੇ ਸਕਦੇ। ਤੋ ਇਹ ਹੋ ਸਕਦਾ ਹੈ ਕਿ ਭਾਜਪਾ ਸਰਕਾਰ ਦੇ ਵਿੱਚ ਕੋਈ ਸ਼ਰਧਾ ਹੋਵੇ, ਪਰ ਉਹ ਸ਼ਰਧਾ ਹੋਰ ਕਿਸੇ ਤਰੀਕੇ ਪ੍ਰਗਟ ਹੋ ਸਕਦੀ। ਉਹਨਾਂ ਦੇ ਨਾਂ ਦਾ ਹਸਪੀਟਲ ਬਣ ਸਕਦਾ, ਉਹਨਾਂ ਦੇ ਨਾਂ ਦਾ ਕੋਈ ਹੋਰ ਅਦਾਰਾ ਬਣ ਸਕਦਾ, ਅੱਖਾਂ ਦਾ ਹਸਪੀਟਲ ਬਣ ਸਕਦਾ, ਲੇਕਿਨ ਮੂਰਤੀ ਜਿਹੜੀ ਆ ਉਹ ਕਿਸੇ ਤਰੀਕੇ ਵੀ ਸਾਡਾ ਗੁਰੂ ਸ਼ਬਦ ਆ। ਸਾਨੂੰ ਗੁਰੂ ਨਾਨਕ ਨੇ ਗੁਰੂ ਦੇ ਸ਼ਬਦ ਦੇ ਮਗਰ ਲਾਇਆ, ਤੇ ਸ਼ਬਦ ਲਈ ਹੀ ਸਾਨੂੰ ਹੁਕਮ ਹੈ ਕਿ ਜਿਹੜਾ ਸਿੱਖ ਦਾ ਇਸ਼ਟ ਆ ਉਹ ਗੁਰੂ ਸ਼ਬਦ ਆ, ਦਰਗਾਹ ਦੀ ਬਾਣੀ। ਤੋ ਅਸੀਂ ਮੂਰਤੀ ਪੂਜਕ ਨਹੀਂ ਹੈਗੇ। ਤੋ ਸੈਂਟਰ ਸਰਕਾਰ ਨੂੰ ਜੇ ਤੇ ਉਹਨਾਂ ਦੀ ਭਾਵਨਾ ਆ, ਤੇ ਉਹ ਭਾਵਨਾ ਨੂੰ ਦਾਨਸ਼ਵਰ ਸਿੱਖਾਂ ਦੀ ਸਲਾਹ ਨਾਲ ਆਪਣੇ ਵਾਪਸ ਲਵੇ, ਤੇ ਜੇ ਉਹ ਕੋਈ ਸ਼ਰਾਰਤ ਆ ਤੇ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਦੰਗਾ ਹੋਊਗਾ, ਇਹਨੂੰ ਫਸਾਦ ਹੋਊਗਾ। ਇਹ ਸੈਂਟਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਕੌਮ ਦਾ ਜਿਹੜਾ ਮੁੱਖ ਸਿਧਾਂਤ ਆ ਉਹ ਮੂਰਤੀ ਪੂਜਾ ਨਹੀਂ, ਤੇ ਮੂਰਤੀ ਨੂੰ ਅਸੀਂ ਬਿਲਕੁਲ ਲਾਈਕ ਨਹੀਂ ਕਰਦੇ, ਨਾ ਹੀ ਮੂਰਤੀ ਬਣਾਉਣ ਵਾਲਾ ਕੋਈ ਪੈਦਾ ਹੋਇਆ ਜਿਹੜਾ ਗੁਰੂ ਦੀ ਮੂਰਤੀ ਬਣਾ ਜੇ। ਅਸੀਂ ਤੇ ਤਸਵੀਰਾਂ ਬੰਦ ਕਰਨ ਨੂੰ ਫਿਰਦੇ ਹਾਂ, ਕਿਉਂਕਿ ਇਹ ਅਕਾਲ ਤਖਤ ਆਪਣੀ ਥਾਂ ਤੇ ਨਹੀਂ, ਕੋਈ ਮੈਸੇਜ ਨਹੀਂ ਦੇ ਪਾ ਰਹੇ ਅਸੀਂ। ਲੇਕਿਨ ਇਹ ਹੁਣ ਮੂਰਤੀ ਵੀ ਫਿਰ ਉੱਥੇ ਧੂਪ ਪੱਤੀ ਹੋਊ, ਫਿਰ ਉੱਥੇ ਪੂਜਾ ਹੋਊ। ਇਹ ਸਾਡਾ ਧਰਮ ਨਹੀਂ। ਤੋ ਇਹ ਪਲੀਜ਼, ਇਹ ਜਿਹੜੀ ਸਰਕਾਰ ਆ, ਸੈਂਟਰ ਸਰਕਾਰ ਆ, ਉਹਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਿੱਖਾਂ ਤੇ ਰਹਿਮ ਕਰਨ। ਇਹ ਜੇ ਤਾਂ ਉਹਨਾਂ ਦੀ ਵਾਕਿਆ ਹੀ ਸ਼ਰਧਾ ਭਾਵਨਾ ਹੈ, ਤੇ ਇਹ ਸ਼ਰਧਾ ਭਾਵਨਾ ਕੋਈ ਹਸਪੀਟਲ ਬਣਾਉਣ, ਅੱਖਾਂ ਦਾ ਹਸਪੀਟਲ ਬਣਾਉਣ, ਕੋਈ ਅਦਾਰਾ, ਕੋਈ ਕਾਲਜ ਬਣਾ ਦੇਣ, ਲੋਕਾਂ ਨੂੰ ਵੀ ਫਾਇਦਾ। ਹਾਂ, ਜਿਹਦਾ ਲੋਕਾਂ ਨੂੰ ਫਾਇਦਾ ਹੋਵੇ। ਇਹ ਪੈਸਾ ਵੇਸਟ ਨਾ ਕਰਨ। ਤੇ ਇੱਕ ਇਹਦੇ ਨਾਲ ਸਿੱਖ ਸੰਗਤ ਖੁਸ਼ ਨਹੀਂ ਹੋਊਗੀ, ਤੁਹਾਡੇ ਤੇ ਬਹੁਤ ਨਾਰਾਜ਼ ਹੋਊਗੀ। ਇਹਨੂੰ ਵਾਪਸ ਲੈਣ। ਧੰਨਵਾਦ। ਸੋ ਇਹ ਸਨ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਜਿੱਥੇ ਦਿੱਲੀ ਦੇ ਵਿੱਚ ਆਪਣੀ ਚੋਣ ਜੋ ਉਮੀਦਵਾਰੀ ਆ, ਜੋ ਚੋਣ ਆ, ਉਹਦੇ ਵਿੱਚ ਜਿੱਤ ਯਕੀਨੀ ਦੱਸਦੇ ਆ। ਉੱਥੇ ਹੀ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਐਸਜੀਪੀਸੀ ਦੇ ਇਸ਼ੂ ਤੇ ਚੋਣਾਂ ਨਾ ਕਰਵਾਉਣ ਤੇ ਪੰਜਾਬ ਅਤੇ ਸੈਂਟਰ ਸਰਕਾਰ ਨੂੰ ਵੀ ਲੰਮੇ ਹੱਥੀ ਲੈ ਰਹੇ ਨੇ। ਚੰਡੀਗੜ੍ਹ ਦਿੱਲੀ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਖੂ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।